ਮੋਗਾ ਵਿਧਾਨ ਸਭਾ ਹਲਕਾ ਦੀ ਸੀਟ ਜਿਹੜੀ ਬਹੁਤ ਅਹਿਮ ਮੰਨੀ ਜਾਂਦੀ ਸੀ, ਮੋਗਾ ਤੋਂ ਡਾਕਟਰ ਹਰਜੋਤ ਕਮਲ ਨੂੰ ਦਿੱਤੀ ਗਈ ਹੈ। ਵਿਧਾਇਕ ਨੇ ਕਾਂਗਰਸ ਦੇ, ਲੇਕਿਨ ਟਿਕਟ ਨਾ ਮਿਲਣ ਤੋਂ ਨਾਰਾਜ਼ਗੀ ਸੀ ਔਰ ਬੀਜੇਪੀ ਦਾ ਦਾਮਨ ਫੜ ਲਿਆ ਸੀ। ਅੱਜ ਫਾਈਨਲੀ ਮੈਦਾਨ ਦੇ ਵਿੱਚ ਉਤਰ ਗਏ ਨੇ। ਮੈਦਾਨ ਦੇ ਵਿੱਚ ਵੀ ਕਿਹਦੇ ਖਿਲਾਫ ਉਤਰੇ ਨੇ? ਮਾਲਵਿਕਾ ਸੂਦ ਇੱਕ ਪਾਸੇ ਸੂਦ ਪਰਿਵਾਰ ਹੈ, ਸੈਲੀਬ੍ਰਿਟੀ ਦੀ ਭੈਣ ਹੈ, ਔਰ ਦੂਜੇ ਪਾਸੇ ਬਰਜਿੰਦਰ ਸਿੰਘ ਬਰਾੜ ਮੱਖਣ ਨੇ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਵਧਾਈਆਂ ਤੁਹਾਨੂੰ ਬੀਜੇਪੀ ਵੱਲੋਂ ਟਿਕਟ ਮਿਲੀ ਹੈ, ਕੀ ਕਹੋਗੇ? मैं अपने मोगे की सारी समुची बीजेपी और साडे डीजीपी साहब और जेडे मोगे तो वो भी बीजेपी दे ने और पंजाब दी बीजेपी ते सेंट्रल सरकार जिहड़ी हैगी आ हाई कमांड बीजेपी दी उन्हां दा स्पैशली जेपी नड्डा साहब जी दा जिहड़े अध्यक्ष ने बीजेपी दे ऑल इंडिया दे उन्हां दा धन्नवाद करदा कि मेरे वर्गे निमाणे नूं इस लायक समझिया। इस बड़ी प्रैस्टीजियस ਜਿਹੜੀ ਮੋਗੇ ਦੀ ਫਾਈਟ ਹੈਗੀ ਆ ਉਹਦੇ ਵਿੱਚ ਮੈਨੂੰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾ ਕੇ ਉਤਾਰਿਆ। ਡਾਕਟਰ ਸਾਹਿਬ ਲੰਬਾ ਸਮਾਂ ਕਾਂਗਰਸ 'ਚ ਕੰਮ ਕੀਤਾ, ਤੁਸੀਂ ਵਰਕ ਕੀਤਾ ਔਰ ਹੁਣ ਨਵੀਂ ਪਾਰਟੀ ਹੈ, ਕਿਸ ਤਰ੍ਹਾਂ ਸਾਰਾ ਫੇਸ ਕਰੋਗੇ? ਕਿਉਂਕਿ ਟਾਈਮ ਬੜਾ ਸ਼ਾਰਟ ਰਹਿ ਗਿਆ, ਥੋੜੇ ਦਿਨ ਹੀ ਰਹਿ ਗਏ ਚੋਣਾਂ 'ਚ। ਨਹੀਂ, ਚੋਣਾਂ ਦੇ ਵਿੱਚ ਭਾਵੇਂ ਥੋੜੇ ਦਿਨ ਰਹਿ ਗਏ ਪਰ ਮੈਂ ਤਾਂ ਪਿਛਲੇ 15 ਸਾਲ ਤੋਂ ਇਸੇ ਮੋਗੇ 'ਚ ਲੱਗਿਆ ਪਿਆ ਔਰ ਮੋਗੇ ਦੇ ਲੋਕਾਂ ਨਾਲ ਹੀ ਵਰਤਦਾ ਵਿਚਰਦਾ। ਮੈਂ ਮੇਰੇ ਹਰ ਗਲੀ ਤੱਕ ਮੈਂ ਪਹੁੰਚ ਕੀਤੀ ਵੀ ਆਲਰੇਡੀ 5 ਸਾਲ ਤੋਂ ਇੱਥੇ ਹੀ ਰਿਹਾ। ਮੈਂ ਇੱਕ ਵੀ ਟੂਰ ਵਿਦੇਸ਼ ਦਾ ਨਹੀਂ ਕੀਤਾ। ਚੰਡੀਗੜ੍ਹ ਜੇ ਜਾਂਦਾ ਵੀ ਹੈ ਤਾਂ ਸਵੇਰੇ ਗਿਆ, ਸ਼ਾਮ ਨੂੰ ਆ ਗਿਆ ਔਰ ਇੱਥੇ ਇੱਕ ਮੋਗੇ 'ਚ ਤੁਹਾਨੂੰ ਵੀ ਪਤਾ ਕਿ ਦਫ਼ਤਰ ਬਣਾ ਕੇ ਜਿਵੇਂ ਲੋਕਾਂ ਦੀ ਸੇਵਾ ਕਰਦਾ ਸ਼ੁਰੂ ਤੋਂ ਹੀ। ਹਰ ਜਿਹੜਾ ਕੋਈ ਰਾਸ਼ਨ ਕਾਰਡ ਤੋਂ ਲੈ ਕੇ ਦੂਜੀਆਂ ਤੀਜੀਆਂ ਸਾਰੀਆਂ ਸੁੱਖ ਸੁਵਿਧਾਵਾਂ ਉੱਥੇ ਸੁਵਿਧਾ ਸੈਂਟਰ ਵਾਂਗੂ ਪਰ ਉੱਥੇ ਸਾਰੀਆਂ ਫ੍ਰੀ ਦਿੱਤੀਆਂ ਵੀ। ਸੋ ਇਸ ਕਰਕੇ ਲੋਕਾਂ ਦੇ ਨਾਲ ਮੈਂ ਲਗਾਤਾਰ ਸੰਪਰਕ ਵਿੱਚ ਹੈ। ਸੋ ਮੈਨੂੰ ਕਦੇ ਇਦਾਂ ਲੱਗਿਆ ਹੀ ਨਹੀਂ ਕਿ ਕੋਈ ਚੋਣ ਆ ਗਈ ਹੈ ਤਾਂ ਕੋਈ ਨਵਾਂ ਕੰਮ ਕਰਨਾ। ਇਹੀ ਕੰਮ ਮੈਂ ਹਰ ਰੋਜ਼ ਹੀ ਕਰਦਾ। ਡਾਕਟਰ ਸਾਹਿਬ ਪਾਰਟੀ ਬਦਲੀ ਹੈ, ਕਈ ਪਾਰਸ਼ਦ ਸੀ, ਕਈ ਸਰਪੰਚ ਸੀ, ਉਹ ਵੀ ਕਿਤੇ ਨਾ ਕਿਤੇ ਛੱਡ ਕੇ ਮਾਲਵਿਕਾ ਸੂਦ ਵਾਲੇ ਪਾਸੇ ਚਲੇ ਗਏ ਨੇ। ਕਿਸ ਤਰ੍ਹਾਂ ਸਾਰਾ ਕੁਝ ਫੇਸ ਕਰੋਗੇ? ਲੱਗ ਰਿਹਾ ਪਰੇਸ਼ਾਨੀਆਂ ਕੁਛ ਆਉਣਗੀਆਂ ਤੁਹਾਨੂੰ? ਦੇਖੋ, ਮੈਂ ਜਦੋਂ ਪਿਛਲੀ ਵਾਰੀ ਇਲੈਕਸ਼ਨ ਲੜੀ ਹੈ ਤੇ ਮੇਰੇ ਕਿਸੇ ਪਿੰਡ ਦੇ ਵਿੱਚ ਕੋਈ ਸਰਪੰਚ ਨਹੀਂ ਸੀ, ਕੋਈ ਮੇਰਾ ਬਲਾਕ ਸੰਮਤੀ ਦਾ ਮੈਂਬਰ ਨਹੀਂ ਸੀ। ਮੇਰੇ ਕਿਸੇ ਵਾਰਡ ਦੇ ਵਿੱਚ 50 ਵਾਰਡ ਆ, 50 ਚੋਂ 49 ਦੇ ਜਿਹੜੇ ਸੀਗੇ ਕੌਂਸਲਰ ਉਹ ਅਕਾਲੀ ਦਲ ਦੇ ਸੀਗੇ। ਇੱਕ ਕੌਂਸਲਰ ਕਾਂਗਰਸ ਦੀ ਟਿਕਟ ਤੇ ਜਿੱਤੇ ਸੀਗੇ, ਉਹ ਮੇਰੇ ਉਲਟ ਚੋਣ ਲੜੇ ਸੀ। ਇਸ ਗੱਲ ਦੇ ਤੁਸੀਂ ਵੀ ਮੋਗੇ ਦੇ ਗਵਾਹ ਆ। ਸੋ ਇਹ ਹਾਲਾਤ ਜਿਹੜੇ ਆ, ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ। ਲੋਕਾਂ ਦਾ ਪਿਆਰ ਤੁਹਾਡੇ ਨਾਲ ਹੋਵੇ ਤਾਂ ਕਿਸੇ ਚੀਜ਼ ਦੀ ਘਾਟ ਨਹੀਂ। ਜਿਹਦੇ ਤੇ ਪਰਮਾਤਮਾ ਦਾ ਆਸ਼ੀਰਵਾਦ ਹੋਵੇ ਤੇ ਲੋਕਾਂ ਦਾ ਆਪਣੇ ਭੈਣਾਂ ਭਰਾਵਾਂ ਦਾ ਸਾਥ ਹੋਵੇ, ਉਹਦੇ ਨਾਲ ਫਿਰ ਗੱਲ ਮੁੱਕਦੀ ਜੀ। ਮੈਂ ਇਹ ਕਰ ਦਵਾਂ ਕਿ 100 ਕੌਰਬਾਂ ਨਾਲੋਂ ਕੱਲਾ ਕ੍ਰਿਸ਼ਨ ਜੀ ਦਾ ਸਾਥ ਦੇ ਦੇਵੇ, ਫਤਿਹ ਉਹਦੀ ਹੁੰਦੀ ਹੈ। ਡਾਕਟਰ ਗੱਲ ਕੀਤੀ ਜਾਵੇ ਤਾਂ ਮਾਲਵਿਕਾ ਸੂਦ ਦੀ ਟੈਗ ਲੱਗਾ ਹੋਇਆ ਸੋਨੂ ਸੂਦ ਦਾ, ਸੈਲੀਬ੍ਰਿਟੀ ਹੈ, ਬਹੁਤ ਵੱਡੇ ਸਮਾਜ ਸੇਵਾ ਬਹੁਤ ਕੀਤੀ ਹੈ। ਕੀ ਲੱਗ ਰਿਹਾ ਕਿ ਇਸ ਚੀਜ਼ ਦਾ ਤੁਹਾਨੂੰ ਨੁਕਸਾਨ ਹੋਏਗਾ ਜਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਹੈਂਡਲ ਕਰੋਗੇ ਜਾਂ ਮੁਕਾਬਲਾ ਕਿਵੇਂ ਹੋਏਗਾ? ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਾਂ ਜੀ, ਮੈਨੂੰ ਤੁਸੀਂ ਦੱਸ ਸਕਦੇ ਹੋ ਮੋਗੇ 'ਚ ਉਹਨਾਂ ਨੇ ਕੀ ਸਮਾਜ ਸੇਵਾ ਕੀਤੀ? ਦੱਸ ਸਕਦੇ ਹੋ ਜੀ ਤੁਸੀਂ ਮੋਗੇ 'ਚ ਕੀ ਸਮਾਜ ਸੇਵਾ? ਸੈਲੀਬ੍ਰਿਟੀ ਹੈ, ਬਹੁਤ ਵੱਡੇ, ਸਾਰੀ ਦੁਨੀਆ 'ਚ ਨਾਮ ਹੈ ਉਹਨਾਂ ਦਾ। ਸੈਲੀਬ੍ਰਿਟੀ ਤਾਂ ਸੋਨੂ ਸੂਦ ਜੀ ਹੈ, ਮਾਲਵਿਕਾ ਸੂਦ ਜੀ ਨਹੀਂ। ਕਿਸੇ ਸੈਲੀਬ੍ਰਿਟੀ ਦੀ ਭੈਣ ਹੋਣਾ ਕੋਈ ਕੁਆਲਿਟੀ ਨਹੀਂ ਹੈਗੀ। ਡਾਕਟਰ ਸਾਹਿਬ ਗੱਲ ਕੀਤੀ ਜਾਵੇ ਤਾਂ ਪ੍ਰਚਾਰ ਦੀ, ਬੀਜੇਪੀ ਦਾ ਕੋਈ ਵੱਡਾ ਲੀਡਰ ਪ੍ਰਚਾਰ ਵਾਸਤੇ ਆਏਗਾ? ਕਿਉਂਕਿ ਅਗਰ ਉਧਰ ਗੱਲ ਕੀਤੀ ਜਾਵੇ ਤਾਂ ਸੋਨੂ ਸੂਦ ਆਪ ਹੀ ਪ੍ਰਚਾਰ ਕਰ ਰਹੇ ਭੈਣ ਦਾ, ਤੇ ਤੁਹਾਡੇ ਲਈ ਕੋਈ ਪ੍ਰਚਾਰ ਕਰਨ ਲਈ ਕੋਈ ਬੀਜੇਪੀ ਦੇ ਵੱਡੇ ਲੀਡਰ ਆਉਣਗੇ? ਮੈਨੂੰ ਪਤਾ ਲੱਗਿਆ ਅੱਜ ਉਹਨਾਂ ਨੇ ਇੱਥੇ ਮੋਗੇ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਜੀ ਦੇ ਕੋਈ ਉਹ ਲਾ ਕੇ ਐਲਈਡੀਆਂ ਕਰਨ ਦਾ ਸੀਗਾ ਪ੍ਰੋਗਰਾਮ। ਤੇ ਫਿਰ ਮੈਂ ਸੋਚ ਰਿਹਾ ਸੀਗਾ ਕਿ ਸੋਨੂ ਸੂਦ ਜੀ ਤੋਂ ਤਾਂ ਕਾਂਗਰਸ ਐਕਸਪੈਕਟ ਕਰਦੀ ਸੀ ਵੀ ਸੋਨੂ ਸੂਦ ਜੀ ਨੂੰ ਲੈ ਕੇ ਸਾਰੇ ਪੰਜਾਬ 'ਚ ਪ੍ਰਚਾਰ ਕਰਾਵਾਂਗੇ, ਸੋਨੂ ਸੂਦ ਜੀ ਨੂੰ ਲੈ ਕੇ ਅਸੀਂ ਯੂਪੀ 'ਚ ਪ੍ਰਚਾਰ ਕਰਾਵਾਂਗੇ। ਪਰ ਇੱਥੇ ਜੇ ਸੋਨੂ ਸੂਦ ਜੀ ਦੀ ਭੈਣ ਵਾਸਤੇ ਵੀ ਰਾਹੁਲ ਗਾਂਧੀ ਜੀ ਨੂੰ ਪ੍ਰਚਾਰ ਕਰਨ ਆਉਣਾ ਪੈਂਦਾ ਜਾਂ ਉਹਨਾਂ ਦੀਆਂ ਐਲਈਡੀਆਂ ਲਾਈਆਂ ਜਾਂਦੀਆਂ ਤਾਂ ਫਿਰ ਬਾਕੀ ਤੁਸੀਂ ਆਪ ਹੀ ਸਿਆਣੇ ਆ। ਜਿੱਥੇ ਬੀਜੇਪੀ ਦੀ ਗੱਲ ਹੈ, ਅੱਜ ਪਹਿਲੀ ਵਾਰੀ ਇਸ ਵਾਰੀ ਬੀਜੇਪੀ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਚੋਣ ਲੜਨ ਜਾ ਰਹੀ ਹੈ ਔਰ ਇਸ ਵਾਰ
ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਉਹਨਾਂ ਨੇ ਚੋਣ ਲੜਨੀ ਹੈਗੀ ਹੈ। ਸੋ ਪਹਿਲਾਂ ਹਮੇਸ਼ਾ ਤੱਕੜੀ ਦੇ ਨਾਲ ਉਹਨਾਂ ਦਾ ਸਮਝੌਤਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਾਲ। ਤੋ ਇਸ ਵਾਰ ਜਿਹੜੇ ਜਿੱਦਾਂ ਮੋਗੇ ਤੋਂ ਆ ਉਹ ਬੀਜੇਪੀ ਦੀ ਸੀਟ ਤੋਂ ਮੈਂ ਲੜ ਰਿਹਾ ਹੈਗਾ, ਔਰ ਡੈਫੀਨੇਟਲੀ ਇੱਥੇ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਸਾਹਿਬਾਨ ਨੇ ਉਹ ਵੀ ਆਉਣਗੇ। ਇੱਥੋਂ ਬੀਜੇਪੀ ਆਪਣਾ ਜੋ ਵੀ ਸੈਂਟਰ ਦੇ ਵਿੱਚ ਬੀਜੇਪੀ ਹੈਗੀ ਹੈ, ਮਹਿਜ਼ ਕਾਂਗਰਸ ਤਾਂ 2-3 ਸਟੇਟਾਂ 'ਚ ਰਹਿ ਗਈ, ਉਹ ਵੀ ਇਸ ਵਾਰੀ ਜੋ ਹਾਲਾਤ ਪੰਜਾਬ ਦੇ ਬਣੇ ਪਏ ਆ ਖਤਮ ਹੋ ਜਾਣੀ ਹੈ। ਜਿਹੜੀਆਂ ਪਹਿਲੀਆਂ ਟਿਕਟਾਂ ਦੀ ਵੰਡ ਹੋਈ ਆ ਉਹਦੇ ਵਿੱਚ ਬਹੁਤ ਸਾਰੇ ਲੋਕ ਨਾਰਾਜ਼ ਹੋ ਕੇ ਪਾਸੇ ਚੱਲ ਗਏ। ਜਿੱਦਾਂ ਹੋਰ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਇਹਨਾਂ ਨੇ ਬਣਾਏ ਸੀਗੇ, ਚਰਨਜੀਤ ਚੰਨੀ ਜੀ, ਉਹਨਾਂ ਦੀਆਂ ਵੀ ਟਿਕਟਾਂ ਕੱਟ ਦਿੱਤੀਆਂ। ਕਹਿਣੇ ਨੂੰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਪਿਆ ਜਾਂ ਕਹਿੰਦੇ ਐਲਾਨਣਾ ਹੈਗਾ, ਬਟ ਅੰਦਰ ਖਾਤੇ ਜੋ ਕਾਂਗਰਸ ਦੇ ਵਿੱਚ ਚੱਲ ਰਹੀ ਹੈ, ਨਵਜੋਤ ਸਿੱਧੂ ਜੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਚੰਨੀ ਜੀ ਦੀਆਂ ਸਾਰੀਆਂ ਜਿਹੜੀਆਂ ਟਿਕਟਾਂ ਹੈਗੀਆਂ, ਸੀਟਾਂ ਹੈਗੀਆਂ, ਉਹ ਕੱਟੀਆਂ ਜਾ ਰਹੀਆਂ। ਲੱਗ ਰਿਹਾ ਕਿ ਮੋਗਾ ਦੇ ਲੋਕ ਫਤਵਾ ਦੇਣਗੇ। ਮੈਂ ਮੋਗਾ ਦੇ ਲੋਕਾਂ ਮੂਹਰੇ ਹੱਥ ਜੋੜ ਕੇ ਔਰ ਦੋਨੇ ਹੱਥ ਖੜੇ ਕਰਕੇ, ਹਾਰੇ ਦਾ ਸਹਾਰਾ ਇਹ ਜਨਤਾ ਹੁੰਦੀ ਹੈ, ਉਹ ਪਰਮਾਤਮਾ ਪਰਮੇਸ਼ਰ ਹੁੰਦਾ। ਮੇਰੀ ਧੌਣ 'ਚ ਕੋਈ ਕਿੱਲਾ ਨਹੀਂ। ਮੈਂ ਹਮੇਸ਼ਾ ਇੱਕ ਫੌਜੀ ਦਾ ਮੁੰਡਾ ਹੋਣ ਦੇ ਨਾਤੇ ਕਰਮ ਕੀਤਾ ਹੈਗਾ, ਯੋਧਾ ਬਣ ਕੇ ਲੜਾਈ ਲੜੀ ਹੈ, ਔਰ ਇਹਨਾਂ ਲੋਕਾਂ ਦੀ ਲੜਾਈ ਲੜੀ ਹੈ। ਚਾਹੇ SSP ਨੇ ਦੁਕਾਨਦਾਰ ਕੁੱਟਦੇ ਸੀ, ਚਾਹੇ ਹੋਰ ਇਦਾਂ ਦੇ ਮਸਲੇ ਜਿੰਨੀ ਵਾਰੀ ਵੀ ਹੈ ਮੈਂ ਮੂਹਰੇ ਹੋ ਕੇ ਲੜਿਆ ਔਰ ਮੈਂ ਉੱਥੇ ਜਿੱਤਿਆ। ਚਾਹੇ ਸਾਡੇ ਡਿਪਟੀ ਮੇਅਰ ਨੂੰ ਆ ਕੇ ਪੁਲਿਸ ਵਾਲਿਆਂ ਨੇ ਕੁੱਟ ਦਿੱਤਾ ਸੀਗਾ, ਥੱਪੜ ਮਾਰ ਦਿੱਤੇ ਸੀ, ਉਦੋਂ ਵੀ ਉਹਦੇ ਤੇ ਪਰਚਾ ਵੀ ਕਰਾਇਆ, ਮਾਫੀ ਵੀ ਵਰਦੀ ਮੰਗਾਈ। ਹਰ ਗੱਲ ਤੇ ਜਿੱਥੇ ਵੀ ਕਿਤੇ ਹੋਇਆ, ਸ਼ਰੀਫੀ ਦਾ ਨਿਮਰਤਾ ਦਾ ਮਤਲਬ ਕਮਜ਼ੋਰੀ ਨਹੀਂ ਹੁੰਦਾ। ਮੈਂ ਅੜਿਆ ਪਿਆ, ਲੜਿਆ ਪਿਆ, ਔਰ ਲੋਕ ਮੈਨੂੰ ਔਰ ਮੇਰੀਆਂ ਆਦਤਾਂ ਨੂੰ ਵਾਕਿਫ ਹੈਗੇ ਨੇ, ਮੇਰੇ ਕੰਮ ਤੋਂ ਵਾਕਿਫ ਨੇ, ਔਰ ਮੈਨੂੰ ਜ਼ਰੂਰ ਉਮੀਦ ਹੈ ਉਸ ਪਰਮਾਤਮਾ ਤੇ ਆਪਣੇ ਲੋਕਾਂ ਤੇ ਪੂਰਾ ਭਰੋਸਾ, ਮੁੜ ਕੇ ਮੈਨੂੰ ਚੁਣ ਕੇ ਭੇਜਣਗੇ। ਔਰ ਇਸ ਵਾਰ ਫਿਰ ਮੋਗੇ ਦੇ ਵਿੱਚ ਕਮਲ ਦਾ ਕਮਲ ਖਿੜੂਗਾ। ਬਿਲਕੁਲ ਸਾਫ਼ ਤੌਰ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਮੋਗੇ ਦੇ ਵਿੱਚ ਕਮਲ ਦਾ ਕਮਲ ਖਿਲੇਗਾ ਔਰ ਹਾਰੇ ਦਾ ਸਹਾਰਾ ਜਨਤਾ ਹੁੰਦੀ ਹੈ, ਪਰਮੇਸ਼ਵਰ ਹੁੰਦਾ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਔਰ ਇਹ ਵੀ ਕਹਿਣਾ ਕਿ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕੀਤਾ, ਲੋਕਾਂ ਦੇ ਹੱਕਾਂ ਲਈ ਕੰਮ ਕੀਤਾ ਤੇ ਹੁਣ ਡਬਲ ਇੰਜਨ ਸਰਕਾਰ ਹੈ ਜਿਹੜੀ ਲੋਕਾਂ ਦੇ ਲਈ ਕੰਮ ਕਰੇਗੀ। ਦੀਪਕ ਸਿੰਘਲਾ, ਨਿਊਜ਼ 18 ਮੋਗਾ। ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ। ਵੇਖਾਂਗੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਕਿਵੇਂ ਦਾ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਅਸੀਂ ਵੀ ਸਿਆਸੀ ਗੇੜੀ ਲਗਾਵਾਂਗੇ। ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਚੀਮਾ ਸਾਹਿਬ ਕਿੱਥੇ ਦੀ ਸਿਆਸੀ ਗੇੜੀ ਲਗਾਉਂਗੇ ਸਾਨੂੰ ਵੀ? ਦੇਖੋ, ਅੱਜ ਸਾਡਾ ਜਿਹੜਾ ਘਨੌਲੀ ਦਾ ਇਲਾਕਾ ਹੈ, ਸਾਹੋ ਮਾਜਰਾ, ਬਿੱਕੋ ਔਰ ਆਸ-ਪਾਸ ਦੇ ਜਿਹੜੇ ਬਾਕੀ ਪਿੰਡ ਹੈ, ਉਹਨਾਂ ਪਿੰਡਾਂ ਦਾ ਹੀ ਸਾਡਾ ਜਿਹੜਾ ਦੌਰਾ, ਕਿਉਂਕਿ ਇਹ ਇਲਾਕਾ ਜਿਹੜਾ ਬੜਾ ਸਾਡਾ ਦੂਰ ਤੱਕ ਫੈਲਿਆ ਹੋਇਆ, 70 ਕਿਲੋਮੀਟਰ ਤੱਕ ਸਾਡਾ ਹਲਕਾ। ਕੁਝ ਇਲਾਕਾ ਪੁਰਖਾੜੀ ਵਾਲੇ ਪਾਸੇ ਪੈਂਦਾ, ਕੁਝ ਸ਼੍ਰੀ ਚਮਕੌਰ ਸਾਹਿਬ ਰੋਡ ਤੇ ਪੈਂਦਾ, ਵਿੱਚ ਰੋਪੜ ਸ਼ਹਿਰ ਪੈਂਦਾ, ਫਿਰ ਘਨੌਲੀ ਦਾ ਏਰੀਆ ਪੈਂਦਾ, ਔਰ ਬਹੁਤ ਵੱਡਾ ਏਰੀਆ ਨੂਰਪੁਰ ਬੇਦੀ ਦਾ, ਕਾਨਪੁਰ ਖੂਹੀ, ਖੇੜਾ ਕਲਮੂਰ ਤੱਕ ਜਾਂਦਾ। ਇਸ ਕਰਕੇ ਵੱਖਰੇ ਇਲਾਕੇ ਨੇ, ਇੱਕ ਦੂਜੇ ਤੋਂ ਅਲੱਗ-ਅਲੱਗ ਨੇ। ਇਹ ਜਿਹੜੀ ਸਾਡੀ ਬੈਲਟ ਹੈ ਸਾਰੀ, ਇਹ ਹਿਮਾਚਲ ਦੇ ਨਾਲ ਲੱਗਦੀ। ਕੰਢੀ ਏਰੀਆ, ਇੱਕ ਪਾਸੇ ਪਹਾੜੀਆਂ ਨੇ, ਦੂਜੇ ਪਾਸੇ ਜਿਹੜੀ ਹੈਗੀ ਆ ਹਿਮਾਚਲ ਸਟੇਟ ਹੈ, ਔਰ ਨਾਲ ਪਹਾੜੀਆਂ ਦੇ ਜਿਹੜੇ ਸਾਡੇ ਪਿੰਡ ਹੈ ਇਹ ਸਾਰੇ ਨਾਲ ਚੱਲਦੇ। ਇਸ ਕਰਕੇ ਇਹ ਬੜੀ ਹੁਣ ਜਿੱਥੇ ਜਗ੍ਹਾ ਹੈ, ਇਹ ਸਾਡਾ ਲਾਸਟ ਸਟੇਸ਼ਨ ਹੈ। ਇਸ ਤੋਂ ਅੱਗੇ ਸੜਕ ਨਾਲਾਗੜ੍ਹ ਨੂੰ ਜਾਂਦੀ ਹੈ ਔਰ ਥੋੜੀ ਦੂਰ ਜਾ ਕੇ ਹਿਮਾਚਲ ਸ਼ੁਰੂ ਹੋ ਜਾਂਦਾ। ਇਸ ਲਈ ਇਹ ਸਾਡਾ ਰੋਪੜ ਦਾ ਹਲਕਾ ਨਾਲ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਚੱਲਦਾ। ਇਸ ਵਾਰ ਫਿਰ ਹੁਣ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਮਿਲ ਰਹੇ ਹੋ, ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਮੰਗੀ ਜਾ ਰਹੀ ਹੈ? ਦੇਖੋ, ਸਾਡਾ ਤਾਂ ਮੇਨ ਜਿਹੜਾ ਮੁੱਦਾ ਹੈ, ਇੱਕ ਤਾਂ ਸਾਡਾ ਆਪਣਾ ਜਿਹੜਾ 13 ਨਿਕਾਤੀ ਪ੍ਰੋਗਰਾਮ ਅਸੀਂ ਦਿੱਤਾ, ਉਹ ਲੋਕਾਂ ਦੇ ਵਿੱਚ ਬਹੁਤ ਮਕਬੂਲ ਹੋਇਆ, ਕਿਉਂਕਿ ਉਹਦੇ 'ਚ ਬੜਾ ਰਿਐਲਿਟੀ ਬੇਸਡ ਸਾਡਾ ਪ੍ਰੋਗਰਾਮ ਹੈ, ਜਿਹਦੇ 'ਚ 800 ਯੂਨਿਟ ਮੁਫਤ ਬਿਜਲੀ ਦੀ ਗੱਲ ਵੀ ਹੈ। ਜਿਨ੍ਹਾਂ ਦੇ ਪੁਰਾਣੀ ਨੀਲਾ ਕਾਰਡ ਦੀ ਸਕੀਮ ਹੈ, ਉਹਨਾਂ ਦੇ 2000 ਰੁਪਏ ਪ੍ਰਤੀ ਮਹੀਨਾ ਲੇਡੀਜ਼ ਵਾਸਤੇ ਵੀ ਹੈ। ਖਾਸ ਤੌਰ ਤੇ 10 ਲੱਖ ਦਾ ਇੰਸ਼ੋਰੈਂਸ ਦਾ ਜਿਹੜਾ ਹੈਗਾ ਬੀਮੇ ਦੀ ਸਕੀਮ, ਪਹਿਲੀ ਵੀ ਬਹੁਤ ਮਕਬੂਲ ਹੋਈ ਸੀ, ਜਿਹੜੀ 50,000 ਰੁਪਏ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸੀ। ਹੁਣ ਜਿਹੜੀ 10 ਲੱਖ ਦੀ ਹੈ, ਉਸ ਤੋਂ ਵੀ ਬੈਟਰ ਹੈ। ਇੱਕ ਜਿਹੜਾ ਸਟੂਡੈਂਟਸ ਵਾਸਤੇ 10 ਲੱਖ ਦਾ ਵਿਆਜ ਮੁਕਤ ਤੇ ਗਰੰਟੀ ਮੁਕਤ ਕਰਜ਼ਾ, ਉਹਦਾ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਆ, ਕਿਉਂਕਿ ਜਿਹੜੀ ਮਾਪਿਓ ਦੀ ਵੱਡੀ ਚਿੰਤਾ ਕਿ ਬੱਚੇ ਨੂੰ ਸੈਟਲ ਕਿਸ ਤਰ੍ਹਾਂ ਕਰਨਾ, ਜ਼ਮੀਨਾਂ ਵੇਚਣੀਆਂ, ਘਰ ਵੇਚਣੇ,
ਉਹ ਰਾਹਤ ਜਿਹੜੀ ਲੋਕਾਂ ਨੂੰ ਮਹਿਸੂਸ ਹੁੰਦੀ ਹੈ ਕਿ ਉਹ ਜੇ ਸਕੀਮ ਬਣੇ ਉਹਦੇ ਨਾਲ ਰਾਹਤ ਮਿਲ ਸਕੀ ਹੈ, ਉਹਦਾ ਵੀ ਬਹੁਤ ਵੱਡਾ ਅਸਰ ਹੈ। ਔਰ ਜਿਹੜੇ ਅਸੀਂ EMPLOYMENT ਨੂੰ ਬੇਸ ਕਰਕੇ 75% ਨੌਕਰੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜੇ ਕੋਈ ਫੈਕਟਰੀ ਲਾਏ ਤੇ ਪੰਜਾਬ ਦੇ ਬੱਚਿਆਂ ਨੂੰ ਦੇਣੀਆਂ ਪੈਣਗੀਆਂ। ਔਰ ਸਰਕਾਰੀ ਸਕੂਲਾਂ ਨੂੰ ਜਿਹੜੀ ਅਸੀਂ 33% ਰਿਜ਼ਰਵੇਸ਼ਨ ਬੱਚਿਆਂ ਨੂੰ ਦਿੱਤੀ ਹੈ, ਇਹ ਪਿੰਡਾਂ ਦੇ ਲੋਕਾਂ ਵਾਸਤੇ, ਗਰੀਬ ਘਰਾਂ ਵਾਸਤੇ, ਆਮ ਲੋਕਾਂ ਵਾਸਤੇ ਬੜੀ ਚੰਗੀਆਂ ਸਕੀਮਾਂ ਜਿਹੜੀਆਂ ਜਿਹਨੂੰ ਲੋਕੀ ਪ੍ਰਵਾਨ ਕਰਦੇ। ਇਸ ਲਈ ਬੜਾ ਅੱਛਾ ਰਿਸਪੌਂਸ ਹੈ। ਔਰ ਦੂਜਾ ਸਾਡਾ ਮੇਨ ਹੈ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵਿਸ਼ਵਾਸਘਾਤ ਪੰਜਾਬ ਦੀ ਜਨਤਾ ਨਾਲ ਹੋਇਆ, ਚਾਹੇ ਕਾਂਗਰਸ ਪਾਰਟੀ ਨੇ ਕੀਤਾ, ਚਾਹੇ ਆਮ ਆਦਮੀ ਪਾਰਟੀ ਨੇ ਕੀਤਾ, ਕਿਉਂਕਿ ਕੇਜਰੀਵਾਲ ਦੇ ਖਿਲਾਫ ਵੀ ਲੋਕਾਂ ਦਾ ਬਹੁਤ ਵੱਡਾ ਰੋਸ ਹੈ। ਜਿਹੜੇ ਢੋਂਗ ਸੀ ਉਹਦੇ, ਕਿਸ ਤਰੀਕੇ SVL ਮਾਮਲੇ ਦੇ ਵਿੱਚ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ, ਕਿਸ ਤਰੀਕੇ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ ਦੇ ਵਿੱਚ ਬਦਨਾਮ ਕੀਤਾ, ਕਿਸ ਤਰੀਕੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਵਾਸਤੇ ਉਹਨੇ ਦਿੱਲੀ ਦੀ ਹਾਈ ਕੋਰਟ 'ਚ ਕੇਸ ਕੀਤਾ, ਔਰ ਕਿਵੇਂ ਉਹ ਝੂਠੀਆਂ ਗਰੰਟੀਆਂ ਦੇ ਰਿਹਾ। ਔਰ ਜਿਹੜਾ ਟਿਕਟਾਂ ਵੇਚਣ ਦਾ ਦੋਸ਼ ਐਤਕੀ ਆਮ ਆਦਮੀ ਪਾਰਟੀ ਦੇ ਹਰ ਹਲਕੇ ਦੇ ਵਿੱਚ ਲੱਗਿਆ, ਉਹਦੇ ਤੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਕੇਜਰੀਵਾਲ ਦੇ ਖਿਲਾਫ ਉੱਠਿਆ। ਰੋਪੜ ਹਲਕੇ ਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹੋ? ਦੇਖੋ, ਮੈਂ ਜਿਹੜਾ ਸੜਕਾਂ ਦਾ ਸੀ, ਪੀਣ ਵਾਲੇ ਪਾਣੀ ਦਾ ਸੀ, ਸਕੂਲਾਂ ਦੇ ਅਪਗ੍ਰੇਡ ਦਾ, ਕਾਲਜਾਂ ਦਾ, ਇਹ ਕੰਮ ਤਾਂ ਬਹੁਤ ਕੀਤਾ, ਬੜੀ ਵੱਡੀ ਲਿਸਟ ਹੈ। ਹੁਣ ਮੇਰੀ ਹੈ ਕਿ ਸਾਡੇ ਸਿੰਚਾਈ ਦੀ ਬਹੁਤ ਵੱਡੀ ਦਿੱਕਤ ਹੈ ਸਾਰੇ ਕੰਢੀ ਏਰੀਆ ਦੇ ਵਿੱਚ। ਅਸੀਂ ਆਪਣੇ ਹਲਕੇ ਵਾਸਤੇ ਵੀ, ਬਾਕੀ ਕੰਢੀ ਏਰੀਆ ਵਾਸਤੇ ਵੀ ਪ੍ਰਧਾਨ ਸਾਹਿਬ ਨੂੰ ਅਸੀਂ ਮੈਨੀਫੈਸਟੋ ਦੇ ਵਿੱਚ ਵੀ ਪੁਆਇੰਟ ਦਿੱਤਾ ਕਿ ਜੇ ਸਿੰਚਾਈ ਦਾ ਸਾਧਨ ਇੱਥੇ ਲਿਫਟ ਇਰੀਗੇਸ਼ਨ ਦੀ ਕੋਈ ਵੱਡੀ ਸਕੀਮ ਬਣੇ ਜਿਹਦੇ ਨਾਲ 12 ਮਹੀਨੇ ਲੋਕਾਂ ਨੂੰ ਖੇਤਾਂ ਵਾਸਤੇ ਪਾਣੀ ਮਿਲੇ, ਉਹ ਬਹੁਤ ਵੱਡੀ ਲੋੜ ਹੈ। ਚੀਮਾ ਸਾਹਿਬ, ਵਿਰੋਧੀ ਕਹਿ ਰਹੇ ਨੇ ਕਿ ਚੀਮਾ ਸਾਹਿਬ ਨੇ ਪ੍ਰੋਪਰ ਵਿਕਾਸ ਨਹੀਂ ਕੀਤਾ ਹੈਗਾ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਇਹਨਾਂ ਨੂੰ ਕਹੋ ਕਿ ਹੁਣ 5 ਸਾਲ ਦਾ ਸਮਾਂ ਮਿਲਿਆ ਸੀ ਤੇ ਜੇ ਪ੍ਰੋਪਰ ਨਹੀਂ ਹੋਇਆ ਸੀ ਉਹਨੂੰ ਪ੍ਰੋਪਰ ਕਰ ਦਿੰਦੇ। ਹੁਣ ਹਾਲ ਇਹ ਹੈ ਵੀ ਆਹ ਇੱਕ ਜਿਹੜੀ ਸੜਕ ਹੈ ਜਿੱਥੇ ਜਾਂਦੇ ਆ, ਤੁਸੀਂ ਦੇਖੋ ਕਿੰਨੇ ਝਟਕੇ ਵੱਜਦੇ ਆ। ਇਹ ਇੰਟਰਸਟੇਟ ਰੋਡ ਹੈ ਔਰ ਸਾਰੀ 4-5 ਕਿਲੋਮੀਟਰ ਦੀ ਸਟੈਚ ਸੀ। 5 ਸਾਲ ਲੋਕਾਂ ਨੂੰ ਧਰਨੇ ਦਿੰਦੇ ਦੇਖੇ। ਰਿਪੇਅਰ ਵੀ ਪਿਛਲੀ ਸਰਕਾਰ ਨੇ ਆ ਕੇ ਕਰਨੀ ਹੁੰਦੀ। ਜਦੋਂ ਮੈਂ ਛੱਡ ਕੇ ਗਿਆ ਸੀ ਚੰਗੀ ਭਲੀ ਰੋਡ 'ਚ ਸੜਕਾਂ ਕਈ ਵਾਰੀ ਬਰਸਾਤ ਨਾਲ, ਕਈ ਵਾਰੀ ਵੈਸੇ ਟਾਈਮ 4-5 ਸਾਲ ਬਾਅਦ ਟੁੱਟਦੀਆਂ ਨੇ। ਹੁਣ ਜਿਹੜੀ ਸੜਕ ਬਣਾ ਕੇ ਮੈਂ ਗਿਆ, ਉਹ 5 ਸਾਲਾਂ ਬਾਅਦ ਉਹਨੂੰ ਰਿਪੇਅਰ ਤਾਂ ਕਿਸੇ ਨੇ ਕਰਨਾ, ਪਰ ਕਿਸੇ ਕੋਲੇ ਟਾਈਮ ਨਹੀਂ। ਤੇ ਕਮੀ ਕਿੱਥੇ ਰਹਿ ਗਈ ਸੀ ਪਿਛਲੀ ਵਾਰੀ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਤੁਸੀਂ ਇੱਕ ਵੱਡੇ ਕੱਦ ਦੇ ਨੇਤਾ ਹੋ ਤੇ ਤੀਜੇ ਨੰਬਰ ਤੇ ਰਹਿ ਗਏ ਸੀਗੇ। ਦੇਖੋ, ਗੱਲ ਇਹ ਹੈ ਕਿ ਪਿਛਲੀ ਵਾਰੀ ਇਹ ਸੀਗਾ ਕਿ ਜਿਹੜਾ ਸਰਬਪੱਖੀ ਵਿਕਾਸ ਨੂੰ ਛੱਡ ਕੇ ਇਹਨਾਂ ਨੇ ਲੋਕਾਂ ਨੂੰ ਨਿੱਜੀ ਲਾਭ ਵਾਸਤੇ ਜਿਹੜਾ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਕਸਮਾਂ ਚੁਕਾਤੀਆਂ ਕਿ ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ, ਭਾਵੇਂ ਸਰਕਾਰੀ ਹੈ, ਭਾਵੇਂ ਨਿੱਜੀ ਹੈ, ਭਾਵੇਂ ਆੜ੍ਹਤੀ ਦਾ। ਹਰ ਘਰ ਨੂੰ ਕਹਿਤਾ ਕਿ ਬੱਚੇ ਨੂੰ ਨੌਕਰੀ ਦੇ ਦਿਆਂਗੇ। ਇਹ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੇ ਕਿਤੇ ਨਾ ਕਿਤੇ ਪਬਲਿਕ ਦਾ ਹੁੰਦਾ ਹੈ ਕਿ ਚਲੋ ਜੇ ਐਡਾ ਵੱਡਾ ਬੋਝ ਆ, ਜੇ ਹੁਣ ਗੁਟਕਾ ਸਾਹਿਬ ਤੋਂ ਵੱਡੀ ਸਾਡੇ ਜਿਹੜੀ ਹੈ ਕੋਈ ਚੀਜ਼ ਨਹੀਂ ਹੁੰਦੀ, ਤੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੇ ਜਿਹੜਾ ਲੋਕਾਂ ਦੀ ਅਟੈਂਸ਼ਨ ਡਿਵਰਟ ਕੀਤੀ। ਇੱਕ ਜਿਹੜਾ ਕੂੜ ਪ੍ਰਚਾਰ ਕੇਜਰੀਵਾਲ ਨੇ ਕੀਤਾ ਸੀ, ਬਾਅਦ ਦੇ ਵਿੱਚ ਅਦਾਲਤਾਂ 'ਚ ਜਾ ਕੇ ਤਾਂ ਮਾਫੀਆਂ ਮੰਗ ਲਈਆਂ, ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀਆਂ ਚੀਜ਼ਾਂ ਸੀ, ਜਿਹੜੇ ਧਾਰਮਿਕ ਮੁੱਦੇ ਇਹਨਾਂ ਨੇ ਖੜੇ ਕੀਤੇ ਸੀ, 10 ਸਾਲ ਦੀ ਸਾਡੀ ਸਰਕਾਰ ਸੀ, ਉਹਦੇ ਖਿਲਾਫ ਜਿਸ ਤਰ੍ਹਾਂ ਦਾ ਮਾਹੌਲ ਇਹਨਾਂ ਦੋਨਾਂ ਨੇ ਰਲ ਕੇ ਬਣਾਇਆ, ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਅਸਰ ਕਰਦੀਆਂ। ਪਾਰਟੀਆਂ ਦੇ ਜੋ ਨੀਵੇਂ ਪੱਧਰ ਦਾ, ਜੋ ਨਿਚਲੇ ਪੱਧਰ ਦਾ ਕੇਡਰ ਹੈਗਾ, ਉਹਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕਈਆਂ ਨੂੰ ਜ਼ਬਰਦਸਤੀ ਕਹਿੰਦੇ ਵੀ ਸ਼ਾਮਲ ਕਰ ਲੈਂਦੇ ਆ। ਇੱਕ ਤੁਹਾਡੇ ਨਾਲ ਵੀ ਵਾਕਿਆ ਹੋਇਆ ਸੀ, ਆਪਣੇ ਕੇਡਰ ਗਏ ਸੀ ਤੇ ਅਗਲੇ ਦਿਨ ਆਪਣੇ ਘਰ ਵਾਪਸੀ ਵੀ ਕਰ ਲਈ। ਉਹਨਾਂ ਨੇ ਕਿਸ ਤਰ੍ਹਾਂ ਦਾ ਰੁਝਾਨ ਹੈਗਾ ਇਹ? ਰੋਪੜ ਦੇ ਵਿੱਚ ਹੁਣ ਕਾਂਗਰਸ ਦੇ ਨੁਮਾਇੰਦੇ ਨੂੰ ਦੇਖ ਕੇ ਲੋਕੀ ਲੁਕਣ ਲੱਗ ਗਏ ਕਿ ਉਹ ਜੇ ਬੰਦਾ ਕੋਈ ਸਤਿ ਸ਼੍ਰੀ ਅਕਾਲ ਹੀ ਬੁਲਾਉਣ ਲੱਗਦਾ ਤੇ ਉਨੀ ਦਿਨ ਉਹਦੇ ਗਲ 'ਚ ਜਿਹੜਾ ਹੈਗਾ ਕਾਂਗਰਸ ਦਾ ਪਟਕਾ ਪਾਉਂਦੇ, ਤੇ ਫਿਰ ਲੋਕਾਂ ਨੂੰ ਅਗਲੇ ਦਿਨ ਜਾ ਕੇ ਮੀਡੀਆ ਦੇ ਵਿੱਚ ਕਲੈਰੀਫਾਈ ਕਰਨਾ ਪੈ ਰਿਹਾ ਕਿ ਮੈਂ ਤਾਂ ਉੱਥੇ ਖੜਾ ਸੀ ਤੇ ਮੈਨੂੰ ਵੋਟਾਂ ਕਹਿਣ ਆਏ ਤੇ ਮੈਨੂੰ ਪਤਾ ਨਹੀਂ ਲੱਗਾ ਕਦੋਂ ਮੇਰੇ ਗੱਲ ਫਟਾਫਟ ਸੁੱਟ ਕੇ ਤੇ ਭੱਜ ਕੇ ਫੋਟੋ ਲੈ ਕੇ। ਇਹ ਜਿਹੜੀਆਂ ਚਾਲਾਂ ਨੇ, ਇਸ ਤਰ੍ਹਾਂ ਕਦੀ ਪਾਰਟੀਆਂ ਮਜ਼ਬੂਤ ਨਹੀਂ ਹੁੰਦੀਆਂ। ਇਹ ਮੈਂ ਸਮਝਦਾ ਉਹਨਾਂ ਦੀ ਆਪਣੀ ਬੁਖਲਾਹਟ ਦਾ ਨਤੀਜਾ ਕਿ ਹੁਣ ਜਿਹੜਾ ਹੈਗਾ ਇਲੈਕਸ਼ਨ ਦੇ ਨੇੜੇ ਆ ਕੇ ਉਹਨਾਂ ਨੂੰ ਸ਼ੋਅ ਕਰਨਾ ਪੈ ਰਿਹਾ ਕਿ ਅਸੀਂ ਥੱਲੇ ਨਹੀਂ ਜਾ ਰਹੇ। ਆ ਦੇਖੋ ਸਾਡੇ ਨਾਲ ਸ਼ਾਮਲ ਹੋ ਰਹੇ, ਲੇਕਿਨ ਇਹ ਝੂਠ ਕਿੰਨੇ ਦਿਨ ਚੱਲੇਗਾ? ਡਾਕਟਰ ਦਲਜੀਤ ਸਿੰਘ ਚੀਮਾ ਦਾ ਸਾਫ਼ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜੋ ਪਿਛਲੇ ਕਾਰਜਕਾਲ ਦੇ ਦੌਰਾਨ ਰੂਪਨਗਰ ਦਾ, ਜ਼ਿਲ੍ਹੇ ਦਾ ਤੇ ਆਪਣੇ ਹਲਕੇ ਦਾ ਵਿਕਾਸ ਕਰਵਾਇਆ ਗਿਆ ਸੀ, ਉਸ ਤੋਂ ਬਾਅਦ ਉਹ ਵਿਕਾਸ ਉੱਥੇ ਦਾ ਉੱਥੇ ਹੀ ਹੈ ਅਤੇ ਲੋਕਲ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਰੋਪੜ ਤੋਂ ਅਵਤਾਰ ਸਿੰਘ ਕੰਬੋਜ, ਨਿਊਜ਼ 18।